नमस्कार। इन खबर में आपका स्वागत है। पंजाब के लुधियाना में 8.5 करोड़ रुपए से भरे कैश वैन की डकैती मामले में पुलिस ने बड़ा खुलासा किया है। पंजाब पुलिस ने इस घटना की मास्टरमाइंड मनदीप कौर उर्फ डाकू हसीना को पति के साथ गिरफ्तार कर लिया है। जितनी बड़ी ये डकैती है उतना ही दिलचस्प इस मामले में गिरफ्तारी का तरीका है। जी हाँ, मनदीप कौर उर्फ डाकू हसीना सिर्फ 10 रुपये के फ्री की फ्रूटी के लालच में पकड़ी गई। हुआ कुछ यूं कि डकैती को अंजाम देने के बाद डाकू हसीना ने अपने पति के साथ हेमकुंड साहिब में माथा टेकने का प्लान बनाया और यहीं से नेपाल भाग जाने की योजना भी बनाई। पुलिस को इसकी जानकारी मिली और पुलिस ने उत्तराखंड पुलिस की मदद से चमोली स्थित हेमकुंड साहिब में उसे गिरफ्तार करने के लिए एक आइडिया पेश किया। सोचा कि बहुत सारे श्रद्धालु यहाँ पर आएंगे, भीड़ है, कैसे इसमें गिरफ्तारी होगी। लिहाजा 10 रुपये की फ्री की फ्रूटी बांटने की योजना उसने तैयार की और बांटने लगी। बहुत सारे श्रद्धालु फ्री की फ्रूटी पाने के लिए पहुँचे। इसी में मनदीप कौर उर्फ डाकू हसीना और उसका पति भी था। जैसे ही उन्होंने फ्री की फ्रूटी ली, उसके बाद चेहरे से अपना नकाब उतारा। कुछ चेहरे पे ओढ़े हुए थे। पुलिस ने पहचान लिया, लेकिन जल्दीबाजी नहीं की। पुलिस ने बहुत ही धैर्य का परिचय दिया और हेमकुंड साहिब में उन्हें जाने दिया। पुलिस उनके पीछे लग गई थी। जैसे ही वो दर्शन करके लौटने लगे, पुलिस ने उन्हें गिरफ्तार कर लिया। विखे एक बड़ी वड्डी वारदात हो गई सी, जिहदे विच दस्सिया गया सीगा। पहलां तुहानूं पहले टाइम सवेरे जदों वारदात होई सी उदों तुहानूं कन्वे कीता गया सी भी 7 करोड़ की वारदात हुई है। उस तो बाद कंपनी वालों एक मिनट जे चुप दा दान बख्शोगे तुहानूं गल क्लीयर। फिर कंपनी वालों तुहानूं ਉਹਦੇ ਬਾਅਦ ਵਿੱਚ ਸਾਨੂੰ ਦੱਸਿਆ ਗਿਆ ਕਿ 8 ਕਰੋੜ 49 ਲੱਖ ਦੀ ਜਿਹੜੀ ਵਾਰਦਾਤ ਹੋਈ ਹੈ, ਉਹ ਅਸੀਂ ਵਾਰਦਾਤ ਤੋਂ ਬਾਅਦ ਪੂਰਾ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਜੀ ਜਾਨ ਲਾ ਲਿਆ। ਸਭ ਤੋਂ ਪਹਿਲਾਂ ਜਦੋਂ ਮੈਸੇਜ ਦਾ ਇਹ ਵਾਰਦਾਤ ਦਾ ਗਿਆ ਤੇ ਸੀਐਮ ਪੰਜਾਬ ਦਾ ਇਸ ਤੇ ਫੋਨ ਆਇਆ ਵੀ ਏਡੀ ਵੱਡੀ ਵਾਰਦਾਤ ਹੋ ਗਈ, ਤੁਸੀਂ ਕੀ ਕਰ ਰਹੇ ਹੋ। ਤੇ ਉਸ ਗੱਲ ਦਾ ਸਾਡੇ ਤੇ ਪ੍ਰੈਸ਼ਰ ਵੀ ਸੀ। ਡੀਜੀ ਪੰਜਾਬ, ਡੀਜੀ ਇੰਟ ਉਹ ਵਾਰ-ਵਾਰ ਇਹਨੂੰ ਮੋਨੀਟਰ ਕਰ ਰਹੇ ਸੀ। ਅਸੀਂ ਇਸ ਸਾਰੀ ਲੁਧਿਆਣਾ ਟੀਮ ने काउंटर इंटैलीजेंस की टीम ने रल के इस केस नूं क्रैक कर लिया। हुण तक जिहड़ी मैं कुछ डिटेल दा जे चुप दा दान बख्शोगे मैं शेयर करना चाहुंदा तुहाडे नाल। ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਗੱਲ ਹੈ, ਇਹਦੇ ਚੋਂ ਇੱਕ ਕਹਿ ਸਕਦੇ ਆ ਕਿ ਇੱਕ ਡਾਕੂ ਹਸੀਨਾ ਤੇ 9 ਮੈਂਬਰ। ਇਹਦੇ ਵਿੱਚ ਜਿਹੜੀ ਇਸ ਕੇਸ ਦੇ ਵਿੱਚ ਇੱਕ ਡਾਕੂ ਸੁੰਦਰੀ ਤੇ ਉਹਦੇ ਨਾਲ ਜਿਹਦਾ ਮਨਦੀਪ ਕੌਰ ਨਾਂ ਆ ਤੇ ਉਹਦੇ ਨਾਲ 9 ਮੈਂਬਰ। ਇਹਦੇ 'ਚ ਮੁੱਖ ਤੌਰ ਤੇ 2 ਸੂਤਰਧਾਰ ਸੀ। ਇੱਕ ਮਨਦੀਪ ਕੌਰ ਲੜਕੀ, ਇੱਕ ਮਨਜਿੰਦਰ ਮਣੀ ਪਿਛਲੇ 4 ਸਾਲਾਂ ਤੋਂ ਇਸ ਕੰਪਨੀ CMS ਕੰਪਨੀ ਦਾ 4 ਸਾਲ ਤੋਂ ਇੰਪਲਾਈ ਸੀਗਾ। ਇਹਨਾਂ ਨੇ ਜਿਹੜੀ ਲੜਕੀ ਮਨਦੀਪ ਕੌਰ ਹੈ, ਜਿਹੜੀ ਉਹਨੇ ਸਭ ਤੋਂ ਪਹਿਲਾਂ ਮਨਜਿੰਦਰ ਮਣੀ ਦੇ ਨਾਲ ਪਲਾਨ ਕੀਤੀ। ਇਹਨੂੰ ਮਨਜਿੰਦਰ ਮਣੀ ਨੂੰ ਇਸ ਰਾਹ ਦਿਖਾਇਆ ਕਿ ਇਸ ਢੰਗ ਦਾ ਇੰਨੇ ਪੈਸੇ ਆ, ਤੁਸੀਂ ਕਰ ਸਕਦੇ ਹੋ। ਫਿਰ ਇਹਨਾਂ ਨੇ ਪਲਾਨ ਕੀਤੀ। ਕੁਛ ਮਹੀਨਿਆਂ ਤੋਂ ਇਹ ਪਲਾਨ ਨੂੰ ਵਰਕਆਊਟ ਕਰਦੇ ਆ ਰਹੇ ਸੀ। ਜਦੋਂ ਉਸ ਗੱਲ ਦਾ ਉਹਨੂੰ ਕਲੀਅਰ ਹੋ ਗਿਆ ਸਾਰਾ ਕਿ ਇਹ ਕੰਪਨੀ ਦੇ ਵਿੱਚ ਬਿਲਕੁਲ ਜਿਹੜੇ ਨਾਮ ਮਾਲੂਮ ਜਿਹੜੇ ਹੈ ਸੁਰੱਖਿਆ ਇੰਤਜ਼ਾਮ ਹੈ, ਜਿਹੜਾ ਕਿਉਂਕਿ 4 ਸਾਲ ਤੋਂ ਜਿਹੜਾ ਉਹਦੇ 'ਚੋਂ ਕੈਸ਼ ਲੋਡ ਕਰਦਾ ਆ ਰਿਹਾ ਸੀਗਾ ਕੰਪਨੀ ਦਾ, ਉਹਨੂੰ ਪਤਾ ਸੀ। ਫਿਰ ਇਹਨਾਂ ਨੇ ਪਲਾਨ ਬਣਾਈ, 2 ਮੋਡਿਊਲ ਬਣਾਏ। ਇੱਕ ਜਿਹੜਾ 2 ਮੋਟਰਸਾਈਕਲ ਤੇ ਮਨਜਿੰਦਰ ਮਣੀ ਤੇ ਉਹਦੇ ਸਾਥੀ 2 ਮੋਟਰਸਾਈਕਲਾਂ ਤੇ 5 ਜਣੇ ਹੋ ਗਏ। ਤੇ ਜਿਹੜੀ ਮਨਦੀਪ ਕੌਰ ਤੇ ਉਹਦੇ ਨਾਲ 4 ਸਾਥੀ ਹੈ। ਇੱਕ ਕਾਰ ਜਿਹੜੀ ਹੈ ਉਹਦੇ ਉਸ ਕਾਰ ਦੇ ਵਿੱਚ ਹੋ ਗਏ। ਉਹ ਅਲਟੀਮੇਟਲੀ ਜਦੋਂ ਇਹ ਇਨਸੀਡੈਂਟ ਹੋਇਆ, ਇਨਸੀਡੈਂਟ ਹੋਣ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ। ਮੌਕੇ ਤੇ ਪਹੁੰਚਣ ਤੋਂ ਸਾਡੇ ਕੋਲੇ ਕਲੂਲੈਸ ਸੀਗੇ ਅਸੀਂ, ਸਾਡੇ ਲਈ ਇਹ ਬਲਾਈਂਡ ਕੇਸ ਸੀਗਾ। ਇਹ ਕੇਸ ਦੇ ਵਿੱਚ ਜਦੋਂ ਅਸੀਂ ਸਾਰੀ ਡਿਟੇਲ ਚੈੱਕ ਕੀਤੀ, ਸਭ ਤੋਂ ਪਹਿਲਾਂ ਜਦੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਕੰਪਨੀ ਦਾ ਜਿਹੜਾ ਅਸੀਂ ਹਾਲ ਦੇਖਿਆ ਗਿਆ,
ਉਹਦੇ ਵਿੱਚ ਜਿਹੜਾ ਸੈਂਸਰ ਸਿਸਟਮ ਸੀਗਾ, ਜਿਹੜਾ ਐਂਟਰੀ ਸਿਸਟਮ ਸੀ, ਕਾਰਡ ਤੇ ਥੰਬ ਇੰਪ੍ਰੈਸ਼ਨ ਨਾਲ ਹੁੰਦਾ ਸੀ। ਇਹ ਕੈਸ਼ ਹੈ, ਜਿਹੜਾ ਕੈਸ਼ ਚੈਸਟ ਦੀ ਬਜਾਏ ਪਿੱਛੇ ਕੈਸ਼ ਚੈਸਟ ਹੈ, ਉਹਦੀ ਬਜਾਏ ਕਮਰਿਆਂ ਦੇ ਵਿੱਚ ਰੱਖ ਕੇ ਰਾਤ ਨੂੰ ਕਾਰਟਰੇਜ ਲੋਡ ਹੁੰਦੇ ਆ। ਤੁਸੀਂ ਸਾਰੇ ਹੈਰਾਨ ਹੋਵੋਗੇ, ਕਾਰਟਰੇਜ ਲੋਡ ਕਰ ਲਈ ਜਿਹੜਾ ATM ਦੇ ਵਿੱਚ ਪਾਉਂਦਾ, ਉਹਦੇ ਵਿੱਚ 2 ਨੌਜਵਾਨ ਲੜਕੇ ਜਿਹੜੇ ਕਿ 20-20 ਸਾਲ ਦੇ ਆ, ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ, ਪਿਛਲੇ 2-2 3 ਮਹੀਨਿਆਂ ਤੋਂ ਰੱਖੇ ਜਾਂਦੇ ਸੀ, ਮਿਲਾ ਕੇ ਕਿ ਕੰਪਨੀ ਦੇ CMS ਕੰਪਨੀ ਦੇ ਵਿੱਚ ਟੋਟਲ 5 ਜਾਣੇ, 1 ਸੁਰੱਖਿਆ ਕਰਮਚਾਰੀ ਐਕਸਟਰਾ, 2 ਸਿਕਿਉਰਿਟੀ ਗਾਰਡ ਤੇ 2 ਕੈਸ਼ ਗਿਣਨ ਵਾਲੇ, ਤੇ ਇਹਦੇ ਵਿੱਚ ਕਰੋੜਾਂ ਰੁਪਇਆ ਉਹਦੇ ਚ ਇਨਵੋਲਵ ਸੀ। ਉਦੋਂ ਬਾਅਦ ਜਦੋਂ ਜਾ ਕੇ ਵਿਜ਼ਿਟ ਕੀਤਾ, ਸਭ ਤੋਂ ਪਹਿਲਾਂ ਐਂਟਰੀ ਦੇ ਵਿੱਚ ਇਹ ਪਾਇਆ ਗਿਆ ਕਿ ਜਿੱਥੇ ਐਂਟਰੀ ਸੈਂਸਰ ਲੱਗੇ ਹੋਏ ਆ, ਉਹਦੇ ਵਿੱਚ ਜਿਹੜੀ ਆ ਤਾਰ ਉਹਦੇ ਉੱਤੇ ਸੀ, ਤਾਰ ਕੱਟ ਕੇ ਐਂਟਰ ਕਰ ਗਏ। ਉਸ ਤੋਂ ਇਲਾਵਾ ਜਦੋਂ ਐਂਟਰ ਕਰਨ ਤੋਂ ਬਾਅਦ ਉਹਦੇ ਵਿੱਚ ਕੰਪਨੀ ਦਾ ਇਹੋ ਜਿਹਾ ਹਾਲ ਸੀ ਵੀ ਜੇ ਲਾਈਟ ਆਫ ਹੋ ਜਾਂਦੀ ਹੈ, ਸੈਂਸਰ ਆਫ ਹੋ ਜਾਂਦੇ ਆ, ਉਹ ਐਂਟਰ ਕਰ ਸਕਦਾ। ਇਸ ਤੋਂ ਇਲਾਵਾ ਜਿਹੜਾ ਜਦੋਂ ਆਪਣਾ ਉਹਦੇ ਵਿੱਚ ਜੇ ਕੋਈ ਕਾਰਡ ਕਰੇ ਭੁੱਲਿਆ ਆਉਂਦਾ, ਇਹ ਸਵਿਚ ਆਫ ਕਰ ਦਿੰਦੇ ਸੀ, ਫਿਰ ਐਂਟਰੀ ਨਾਰਮਲ ਤੇ ਹੋਣਾ, ਲਾਈਟ ਚਲੀ ਜਾਵੇ, ਜਿੰਨਾ ਚਿਰ ਕਾਰਡ ਨਾ ਆਵੇ, ਲਾਈਟ ਨਾ ਆਵੇ, ਐਂਟਰ ਨਹੀਂ ਕਰ ਸਕਦਾ। ਜੇ ਹਾਂ, ਉਹਦੇ ਵਿੱਚ ਇਹ ਐਂਟਰੀ ਦਾ ਇਵੇਂ ਸਿਸਟਮ ਸੀ। ਇਹਨਾਂ ਨੇ ਰਾਤ ਪਲਾਨ ਕਰਕੇ ਕਰੀਬ 1 ਘੰਟੇ ਦੇ ਕਰੀਬ, ਪੌਣੇ 1 ਘੰਟੇ ਤੋਂ ਥੋੜਾ ਘੱਟ ਟਾਈਮ ਇਹਨਾਂ ਨੇ ਲਾਇਆ। ਜਿਹੜੀ ਮਨਦੀਪ ਕੌਰ ਲੜਕੀ ਆ, ਉਹਦੇ ਵਿੱਚ ਉਹਨੇ ਪੌੜੀ ਜਿਹੜੀ ਆ ਉਹਦੇ ਵਿੱਚ ਉਹਨੂੰ ਉਹ ਕੀਤੀ, ਪੌੜੀ ਦਾ ਅਰੇਂਜ ਕੀਤਾ। ਫਿਰ ਉਹ ਕਟਰ ਲੈ ਕੇ ਆਏ ਨਾਲ, ਫਿਰ ਉਹ ਸੱਬਲ ਲੈ ਕੇ ਆਏ ਵਿਦਆਊਟ ਵੈਪਨ। ਜਿਹੜੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਸ਼ੱਕ ਜ਼ਾਹਰ ਕੀਤਾ ਸੀਗਾ ਵਿਦਆਊਟ ਵੈਪਨ, ਇਹਦੇ ਵਿੱਚ ਮੈਂ ਤੁਹਾਡੀ ਉਹ ਪਿਕਚਰ ਤੁਹਾਨੂੰ ਇੰਡੀਵਿਜੂਅਲ ਵੀ ਗਰੁੱਪਸ ਦੇ ਵਿੱਚ ਪਾ ਦਾਂਗੇ। ਇਹ ਡਾਕੂ ਸੁੰਦਰੀ ਆ ਜਿਹੜੀ ਮਨਦੀਪ ਕੌਰ, ਜਿਹੜੀ ਵਾਂਟਡ ਆ, ਹਜੇ ਤੱਕ ਸਾਡੇ ਕੋਲੋਂ ਹਜੇ ਨਹੀਂ ਪਕੜੀ ਗਈ। ਜਿਹੜੀ ਇਹ ਮਨਦੀਪ ਕੌਰ ਨਾਂ ਦੀ ਲੜਕੀ ਆ, ਜਿਹੜੀ ਇਹ ਇਸ ਕੇਸ ਦੇ ਵਿੱਚ, ਇਹ ਤੁਹਾਨੂੰ ਡਿਟੇਲ ਸ਼ੇਅਰ ਕਰ ਲਾਂਗੇ, ਇਹਦੀ ਪਿਕਚਰ ਤੁਸੀਂ ਲੈ ਲਿਓ ਜੀ। ਇਹ ਸਾਨੂੰ ਇਹਦੇ 'ਚ ਵਾਂਟਡ ਹੈ। ਇਹਨਾਂ ਨੇ ਪਿਛਲੇ ਪਾਸੋਂ ਅਸੈਸ ਕੀਤੀ, ਬੜੇ ਆਰਾਮ ਦੇ ਨਾਲ ਇਹ ਉਹਦੇ ਵਿੱਚ ਐਂਟਰ ਕਰ ਗਏ, ਕੰਧ ਦੇ ਨਾਲ ਐਂਟਰ ਕਰਕੇ। ਜਿਹੜਾ ਤੁਸੀਂ ਸਾਹਮਣੇ ਘਰ ਦਾ CCTV ਫੁਟੇਜ ਦੇ ਵਿੱਚ ਦੇਖਿਆ, ਸਾਡੇ ਕੋਲ ਇੱਕੋ ਕਲੂ ਸੀ, ਸਾਹਮਣੇ ਘਰ ਦਾ ਵਿੱਚ ਪਿੱਲਰ ਆਉਂਦੇ ਸੀ ਇੱਕ, ਕਿਉਂਕਿ ਕੰਪਨੀ ਦੇ 50 ਤੋਂ ਵੱਧ CCTV ਉਹ ਬਿਲਕੁਲ ਫੇਲ ਹੋ ਗਏ, ਕਿਉਂਕਿ ਕੋਈ ਡਾਟਾ ਕਲਾਊਡ ਦੇ ਵਿੱਚ ਨਹੀਂ ਸੀ। ਦੂਜੀ ਗੱਲ, ਜਦੋਂ ਇੰਪੋਰਟੈਂਟ ਗੱਲ ਆ, ਜਦੋਂ ਜਿਹੜੇ ਪੱਤਰਕਾਰ ਸਾਥੀ ਮੈਨੂੰ ਉੱਥੇ ਮਿਲੇ ਸੀ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕੀਤੀ ਸੀ ਜਿਹੜੀ ਇੰਪੋਰਟੈਂਟ ਹੈ, ਮੈਂ ਅੱਜ ਤੁਹਾਡੇ ਨਾਲ ਫੇਰ ਉੱਥੇ ਸ਼ੇਅਰ ਕਰਨਾ ਚਾਹੂੰਗਾ। ਉਹਦੇ ਵਿੱਚ ਉਹਨੂੰ ਜਿਹੜਾ ਉਸ ਜਗ੍ਹਾ ਦੇ ਵਿੱਚ ਉਹਨੂੰ ਡਿਟੇਲ ਉਸ ਟਾਈਮ ਦੇ ਵਿੱਚ ਕੰਪਨੀ ਨੇ 11 ਕਰੋੜ, ਉਹ ਡਾਕੂਮੈਂਟ ਉੱਥੇ ਰਹਿ ਗਿਆ, ਉਹਦੇ ਵਿੱਚ ਉਹਨੂੰ ਹਾਂਜੀ 11 ਕਰੋੜ 70 ਲੱਖ ਰੁਪਇਆ ਉਹਨਾਂ ਨੇ ਸਾਨੂੰ ਕਾਗਜ਼ ਤੇ ਬੈਂਕ ਮੈਨੇਜਰ ਨੇ ਸਾਨੂੰ ਲਿਖ ਕੇ ਦਿੱਤਾ। ਉਹ ਹੱਥ ਲਿਖਤ ਮੇਰੇ ਕੋਲੇ, ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ। ਬੜਾ ਇੰਪੋਰਟੈਂਟ ਉਹ ਗੱਲ ਹੈ ਜਿਹੜੀ ਇਸ ਲਈ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਉਹਦੇ ਵਿੱਚ 11 ਕਰੋੜ ਉਹਨੇ, ਉਹਦਾ ਉਹ ਕਾਗਜ਼ ਹੀ ਪਿਆ ਉੱਥੇ ਥੱਲੇ, ਉਹਦੇ ਵਿੱਚ 11 ਕਰੋੜ 70 ਲੱਖ ਦਾ ਬੈਂਕ ਮੈਨੇਜਰ ਨੇ ਸਾਨੂੰ ਉਹ ਲਿਖ ਕੇ ਦਿੱਤਾ। ਫਿਰ ਅਸੀਂ ਕੈਸ਼ ਕਾਊਂਟ ਕੀਤਾ, ਕਿੱਥੇ ਗਿਆ, 4 ਕਰੋੜ 45 ਲੱਖ ਰੁਪਇਆ ਦਾ ਜਿਹੜਾ ਉਹ ਕਾਗਜ਼ ਹੈ, ਜਿਹੜਾ ਉਹਦੇ ਵਿੱਚ ਆਹ ਬੈਂਕ ਮੈਨੇਜਰ ਸਾਹਿਬ ਦਾ ਹੱਥ ਦਾ ਲਿਖਿਆ ਹੋਇਆ, ਜਿਹੜਾ ਬੈਂਕ ਮੈਨੇਜਰ ਨੇ CMS ਕੰਪਨੀ ਦੇ ਜਿਹੜੇ ਮੈਨੇਜਰ ਹੈ, ਉਹਨਾਂ ਦਾ ਹੱਥ ਲਿਖਤ, ਉਹਨਾਂ ਦਾ 11 ਕਰੋੜ 70 ਲੱਖ ਰੁਪਏ ਦਾ ਅਮਾਊਂਟ ਦਿੱਤਾ। ਉਸ ਤੋਂ ਇਲਾਵਾ ਜਦੋਂ ਕੈਸ਼ ਗਿਣ ਕੇ ਇਹਨਾਂ ਨੇ ਕਿਹਾ ਜੀ 4.25 ਕਰੋੜ ਰੁਪਇਆ ਸਾਡਾ ਇੱਥੇ ਪਿਆ, ਰਲ ਕੇ ਕੀ ਗੱਲ ਬਣੀ, ਇਹਦਾ ਬਣਦਾ ਕਿੰਨਾ ਹੈ, ਪਿੱਛੇ 6 ਕਰੋੜ 32 ਲੱਖ ਜਿਹੜੀ ਚੋਰੀ ਹੋਣੀ, ਜਿਹੜੀ ਇਹਨਾਂ ਦੇ ਮੁਤਾਬਕ ਸੀ। ਸ਼ਾਮ ਤੱਕ ਕਰਦਿਆਂ ਇਹਨਾਂ ਨੇ ਆਪਦੀ ਫਿਗਰ ਨੂੰ ਡਾਟਾ ਰਿਵਾਈਜ਼ ਕਰਕੇ, ਇਨੀਸ਼ੀਅਲ ਹੈ, ਇਹ ਹੱਥ ਲਿਖਤ ਹੈ, ਇਹ ਇਨੀਸ਼ੀਅਲ ਹੈ, ਉਹਦੇ 'ਚ ਆ ਜਿਹੜਾ ਮੇਰੇ ਹੱਥ ਦੀ ਲਿਖਤ ਹੈ ਜਿਹਦੇ ਵਿੱਚ 6 ਕਰੋੜ 32 ਲੱਖ ਰੁਪਇਆ। ਸ਼ਾਮ ਤੱਕ ਇਹ ਕਰਦਿਆਂ ਜਦੋਂ ਇਹਨਾਂ ਨੇ ਸਾਰਾ ਚੈੱਕ ਕਰਕੇ ਸਾਨੂੰ ਫਿਗਰ ਦਿੱਤੀ, ਕਹਿੰਦੇ ਜੀ ਸਾਡੀ ਚੋਰੀ ਹੈ ਜਿਹੜੀ ਉਹ 8 ਕਰੋੜ 49 ਲੱਖ ਦੀ ਹੋਈ ਹੈ। ਇਹਦੇ 'ਚ ਇੰਟਰਸਟਿੰਗ ਗੱਲ ਕੀ ਹੈ, ਮੈਂ ਤੁਹਾਨੂੰ ਹੋਰ ਸ਼ੇਅਰ ਕਰਦਾ। ਜਦੋਂ ਅਸੀਂ ਇਹ ਫੜਿਆ ਗਿਆ, ਮਨਜਿੰਦਰ ਮਣੀ ਜਿਹੜਾ ਕਿ 4 ਸਾਲ ਤੋਂ ਕੰਮ ਕਰਦਾ ਸੀ, ਉਹਨੇ ਇੱਕ ਬੜੀ ਇੰਟਰਸਟਿੰਗ ਗੱਲ ਦੱਸੀ, ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੂੰਗਾ। ਇਹ ਕਹਿੰਦੇ ਜੀ ਕੰਪਨੀ ਨੇ ਭੁਲੇਖੇ ਨਾਲ ਕਿਸੇ ਬੈਂਕ ਦੇ 50 ਲੱਖ ਰੁਪਇਆ ਲੋਡ ਕਰ ਦਿੱਤਾ ਸੀ, ਤੇ ਉਹਦੇ 51 ਲੱਖ ਰੁਪਇਆ ਉਹ ਲੋਡ ਕਰਨ ਤੋਂ ਬਾਅਦ ਉਹ ਜਦੋਂ ਵਾਪਸ ਮੰਗ ਰਹੇ ਸੀ, ਉਹ ਬੈਂਕ ਵਾਪਸ ਨਹੀਂ ਕਰ ਰਿਹਾ ਸੀ, ਜਿਹਦਾ ਹੈਗਾ ਸੀ ਉਹ ਨਹੀਂ ਸੀ ਹੈਗਾ। ਤੁਸੀਂ ਚੈੱਕ ਕਰ ਲਓ ਜੀ, 51 ਲੱਖ ਰੁਪਇਆ ਦਾ ਸ਼ਾਇਦ ਉਹੀ ਐਡਜਸਟ ਕਰਤਾ ਉਹਦੇ ਵਿੱਚ।
ਉਸ ਤੋਂ ਇਲਾਵਾ ਉਹਨੇ 2-3 ਹੋਰ ਕੁਛ 2000 ਦੇ ਨੋਟ ਆ ਜਿਹੜੇ ਜਦੋਂ 2 ਟੁੱਟ ਹੋ ਜਾਂਦੇ ਆ ਬੈਂਕ ਵਾਪਸ ਲੈ ਜਾਂਦਾ, 2 ਤੋਂ ਵੱਧ ਟੁੱਟੇ ਆ ਜਿਹੜੇ 3 ਟੁੱਟੇ ਆ ਜਾਂ ਹੋਰ ਆ, ਉਹਦੇ ਵਿੱਚ ਉਹਦੇ ਦੱਸਣ ਮੁਤਾਬਕ ਆ, ਅਸੀਂ ਵੈਰੀਫਿਕੇਸ਼ਨ ਨਹੀਂ ਕੀਤੀ, ਉਹਦੇ ਦੱਸਣ ਮੁਤਾਬਕ ਆ ਕਰੀਬ 50 ਲੱਖ ਦੇ ਕਰੀਬ ਉਹੋ ਜਿਹਾ ਅਮਾਉਂਟ ਪਿਆ ਜਿਹੜਾ ਕਿ ਕਹਿੰਦੇ ਸੀ ਬੈਂਕਸ ਨੂੰ ਦਿੱਤਾ ਜਾਵੇ, ਬੈਂਕਸ ਵੱਲੋਂ ਇਹ ਰਿਫਿਊਜ਼ ਕੀਤਾ ਜਾ ਰਿਹਾ ਸੀ ਵੀ 3 ਟੋਟਿਆਂ ਵਾਲਾ ਜਾਂ ਜਿਹੜਾ ਮਤਲਬ ਕਿ ਕਚਰਾ, ਜਿਹਨੂੰ ਕਚਰਾ ਤਾਂ ਨਹੀਂ ਕਹਿ ਸਕਦੇ, ਉਹ ਨੋਟ ਹੈਗਾ, ਉਹਦੇ 'ਚ ਕੋਈ ਚੱਲਦੀ ਸੀ। ਉਹ ਮਨਜਿੰਦਰ ਮਣੀ ਦੀ ਜਦੋਂ ਸਸਟੇਨ ਪੁੱਛਗਿੱਛ ਹੋਈ, ਉਹਨੇ ਇਹ ਗੱਲ ਕਹੀ ਵੀ ਉਸ ਗੱਲ ਨੂੰ ਵੀ ਤੁਸੀਂ ਵੈਰੀਫਾਈ ਕਰ ਲਿਓ ਜੇ ਕਿਤੇ ਉਹ ਅਮਾਉਂਟ ਵੀ ਸਾਡੇ ਲਈ, ਅਸੀਂ ਕੋਈ ਸਸਪੀਸ਼ਨ ਰੇਜ਼ ਨਹੀਂ ਕਰ ਰਹੇ, ਪਰ ਸਾਡੇ ਲਈ 11 ਕਰੋੜ 70 ਲੱਖ ਤੋਂ ਵੱਧ ਕੇ ਜਿਹੜਾ ਕਿ ਚੋਰੀ ਹੋਇਆ ਹੋਇਆ ਪੈਸਾ 6 ਕਰੋੜ 32 ਲੱਖ। ਇੱਕ ਹੋਰ ਇੰਟਰਸਟਿੰਗ ਗੱਲ, ਜਦੋਂ ਪੈਸੇ ਲੈ ਕੇ ਗਏ 3 ਬੈਗਸ ਦੇ ਵਿੱਚ ਲੈ ਕੇ ਗਏ, ਪਹਿਲੇ ਬੈਗ ਦੇ ਵਿੱਚ 3 ਕਰੋੜ, ਦੂਜੇ ਬੈਗ 'ਚ 3 ਕਰੋੜ, ਤੀਜੇ ਬੈਗ ਦੇ ਵਿੱਚ 5 DVR, 33 ਲੱਖ ਰੁਪਇਆ ਜਿਹੜਾ ਸਾਨੂੰ ਮਿਲਿਆ 100 ਦਾ, ਉਹ ਵੀ ਉਹਦੇ ਵਿੱਚ, ਉਸ ਤੋਂ ਇਲਾਵਾ 500 ਦੇ ਨੋਟ। ਹੁਣ ਦੋਨੇ ਬੈਗਾਂ 'ਚ 3 ਕਰੋੜ 3 ਕਰੋੜ 6 ਕਰੋੜ, ਜਿਹੜਾ ਚੌਥੇ ਬੈਗ ਦੇ ਵਿੱਚ 5 DVR ਪਲਾਸ ਛੈਣੀਆਂ ਉਹ ਸਿਸਟਮ ਨਾਲ, ਉਦੋਂ ਇਲਾਵਾ ਜਿਹੜੇ 100 ਦਾ 33 ਲੱਖ ਰੁਪਇਆ ਵੀ ਉਹਦੇ ਵਿੱਚ, ਉਸ ਤੋਂ ਇਲਾਵਾ 500 ਦੇ ਨੋਟ। ਹੁਣ ਇਹ ਫਿਗਰ ਜਿਹੜੀ ਕੰਪਨੀ ਨੇ ਦੱਸੀ ਹੈ ਤੇ ਜਿਹੜੀ ਇਹ ਫੜੇ ਗਏ ਬੰਦਿਆਂ ਦੀ ਇੰਟਰੋਗੇਸ਼ਨ ਦੇ ਵਿੱਚ ਹੈ, 5 ਕਰੋੜ ਰੁਪਇਆ ਅਸੀਂ ਰਿਕਵਰ ਕਰ ਲਿਆ। ਮਨਦੀਪ ਜਿਹੜੀ ਇਹਦੇ ਵਿੱਚ ਮਨਜਿੰਦਰ ਮਣੀ ਤੇ ਮਨਦੀਪ, ਉਹ ਜਿਹੜੀ ਮੁੱਖ ਮੁਲਜ਼ਮ ਹੈ, ਜਿਹੜੀ ਮਨਦੀਪ ਹਜੇ ਸਾਡੇ ਕੋਲੋਂ ਮਿਸਿੰਗ ਹੈ, ਜਿਹੜੀ ਕਿ ਕਾਰ, ਉਹ ਕਾਰ ਦਾ ਨਾਮ ਕਿਹੜੀ ਕੰਪਨੀ, ਸ਼ੈਵਰਲੇਟ ਕਰੂਜ਼ ਜਿਹੜੀ ਕਾਰ ਹੈ ਬਲੈਕ ਕਲਰ ਦੀ, ਉਹ ਕਾਰ ਜਿਹੜੀ ਉਹਦੀ ਹੈ, ਉਸ ਇਹ ਆਪਣੇ ਡੇਲੋ ਏਰੀਏ ਦੇ ਰਹਿਣ ਵਾਲੀ ਹੈ, ਬਰਨਾਲੇ ਮੈਰਿਡ ਹੈ। ਜਿਹੜੀ ਇਹਦੇ ਵਿੱਚ ਜਿਹਦੇ ਨਾਲ ਹੋਇਆ ਸੀ, ਉਹ ਲੜਕੀ ਦੇ ਫੜੇ ਜਾਣ ਤੋਂ ਬਾਅਦ ਇਹ ਲੱਗੂਗਾ, ਪਰ ਸਸਪੀਸ਼ਨ ਰੇਜ਼ ਹੋ ਗਿਆ। ਕੰਪਨੀ ਵੱਲੋਂ ਓਨੀਸ਼ਨ ਦੱਸਣਾ ਪਹਿਲਾਂ ਲਾਪਰਵਾਹੀ ਦੇ ਨਾਲ ਕਿ ਜਿਹੜਾ ਵਕਤ ਪਾਤਾ ਪੰਜਾਬ ਪੁਲਿਸ ਨੂੰ, ਜਿਹੜੀ ਕਿ ਇੰਨੇ ਪੈਸੇ ਕਮਿਸ਼ਨ ਲੈ ਰਹੇ ਆ, ਉਹ ਲੈ ਰਹੇ ਆ, ਕੈਸ਼ ਨੂੰ ਪ੍ਰੋਪਰ ਸਿਕਿਉਰ ਨਹੀਂ ਰੱਖਿਆ ਗਿਆ। ਉਹ ਸਿਕਿਉਰਿਟੀ ਗਾਰਡਾਂ ਜਿਹਨੂੰ ਡੇ ਟਾਈਮ ਡਿਊਟੀ ਲੈਣ ਤੋਂ ਬਾਅਦ ਰਾਤ ਨੂੰ ਉਹਦੇ ਤੋਂ ਡਿਊਟੀ ਲਈ ਗਈ। ਉਹਦੇ ਇਲਾਵਾ ਫਿਰ ਉਸ ਤੋਂ ਬਾਅਦ ਜਦੋਂ ਕੈਸ਼ ਦਾ ਇਨੀਸ਼ੀਅਲ ਦੱਸ ਰਹੇ ਆ ਤੇ ਉਸ ਤੋਂ ਬਾਅਦ ਦੱਸਣ ਤੋਂ ਬਾਅਦ ਜਿਹੜਾ ਕੈਸ਼ ਦੇ ਅਮਾਉਂਟ ਦੇ ਵਿੱਚ ਫਰਕ ਨਿਕਲਣਾ, ਇਹ ਜਿਹਨੂੰ ਕਹਿੰਦੇ ਸ਼ੱਕ ਤਾਂ ਇਸ ਗੱਲ ਦੇ ਵਿੱਚ ਪੈਂਦਾ। ਪਰ ਸ਼ੱਕ ਦਾ ਅਸੀਂ ਇੱਕ ਹੱਲ ਇਹਦੇ 'ਚ ਸੋਚਿਆ, ਅਸੀਂ ਸਸਟੇਨ ਸਾਡੇ JCP ਸਿਟੀ ਸੋਮਿਆ ਮਿਸ਼ਰਾ, ਉਹਦੇ ਨਾਲ DCP ਇਨਵੈਸਟੀਗੇਸ਼ਨ, ਉਹਦੇ ਨਾਲ ਆਪਣਾ ਸ਼ੁਭਮ ਜਿਹੜੇ ਅਗਰਵਾਲ ਹੈ ADCP 3, ਤੇ ਨਾਲ ਉਹਦੇ ਵਿੱਚ ਉਹਨੂੰ ਜਿਹੜੇ ਹੈਗੇ ਆ ਆਪਣੇ ਰੁਪਿੰਦਰ ਪੱਟੀ ਜਿਹੜੇ ਆ ਸਾਡੇ ADCP ਹੈੱਡਕੁਆਟਰ ਹੈ, ਇਹਨਾਂ ਦੀ, ਤੇ ACP ਜਿਹੜਾ ਆਪਣਾ ਉਹ ਹੈਗਾ ਸਰਾਭਾ ਨਗਰ ਮਨਦੀਪ, ਉਹਦੀ ਜਿਹੜੀ 5 ਮੈਂਬਰਾਂ ਦੀ ਇੱਕ ਅਸੀਂ ਟੀਮ ਬਣਾ ਦਿੱਤੀ ਹੈ। ਉਹ ਦੁਆਰਾ ਕੰਪਨੀ ਵਾਲਿਆਂ ਨੂੰ ਇੱਕ ਚਿੱਠੀ ਲਿਖਤੀ ਹੈ, ਆਪਦਾ ਹਿਸਾਬ ਕਿਤਾਬ ਖਾਤਾ ਕਲੀਅਰ ਕਰੋ। ਮੁਕੱਦਮਾ ਹਜੇ 5 ਅਰੈਸਟਾਂ ਹੋਈਆਂ, 5 ਸਾਡੇ ਕੋਲੇ ਜਿਹੜੇ ਵਾਂਟਡ ਆ ਬੰਦੇ, ਉਹਨਾਂ ਤੋਂ ਅਸੀਂ ਕੈਸ਼ ਰਿਕਵਰ ਕਰ ਲਾਂਗੇ। ਪਰ ਤੁਹਾਡਾ ਜਿਹੜਾ ਕਿ ਪਾਣੀ ਵਾਂਗੂ ਸਾਫ਼ ਸੁਥਰਾ, ਤੇ ਸ਼ਾਇਦ ਕਿਤੇ ਇਹ ਗੱਲ ਅਸੀਂ ਉਹਨਾਂ ਚਿਰ ਕਹਿ ਨਹੀਂ ਸਕਦੇ ਜਿੰਨਾ ਕਿ ਅਰੈਸਟ ਨਾ ਹੋਵੇ, ਪਰ ਕਿਤੇ ਇਹ ਤਾਂ ਨਹੀਂ ਵਗਦੀ ਗੰਗਾ ਦੇ ਵਿੱਚ ਹੱਥ ਧੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੇ ਕੀਤੀ ਗਈ ਹੈ ਤਾਂ ਲੁਧਿਆਣਾ ਪੁਲਿਸ ਦਾ ਟਰੈਕ ਰਿਕਾਰਡ ਹੈ, ਹਰ ਕੇਸ ਨੂੰ ਅਸੀਂ ਜਿਹੜਾ 8 ਘੰਟੇ 10 ਘੰਟੇ 16 ਘੰਟੇ 'ਚ, ਤੇ ਪੱਤਰਕਾਰ ਵੀਰ ਪੁੱਛਣਾ ਸ਼ੁਰੂ ਕਰ ਦਿੰਦੇ ਆ ਕਿ ਇੱਥੇ 8 ਘੰਟੇ ਹੋ ਗਏ ਜੀ, ਕੇਸ ਟਰੇਸ ਨਹੀਂ ਹੋਇਆ। ਸਭ ਤੋਂ ਜ਼ਿਆਦਾ ਪ੍ਰੈਸ਼ਰ ਤਾਂ ਤੁਸੀਂ ਹੈ। ਨੋ ਡਾਊਟ ਕਿ CM ਪੰਜਾਬ ਨੇ ਇਸ ਗੱਲ ਦਾ ਬੁਰਾ ਮੰਨਿਆ, ਵਾਰ-ਵਾਰ ਇਹਨੂੰ ਪੁੱਛਦੇ ਰਹੇ। ਇਹ ਕੇਸ ਅਸੀਂ ਉਹਨਾਂ ਨੂੰ ਇਹ ਦਿੱਤਾ, ਮੇਰੀ ਟੀਮ ਤੇ ਮੈਨੂੰ ਮਾਣ ਹੈ। ਕਾਊਂਟਰ ਇੰਟੈਲੀਜੈਂਸ ਦੀ ਟੀਮ, ਸਾਡੇ AIG ਕਾਊਂਟਰ ਇੰਟੈਲੀਜੈਂਸ ਬੈਠੇ ਆ, ਐਂਡ ਉਹਨਾਂ ਦੇ ਸਾਰੇ ਅਫਸਰ ਅਸੀਂ ਦਿਨ ਰਾਤ ਇੱਕ ਕੀਤਾ। ਇਹ ਟੀਮ ਪਿਛਲੇ ਜਦ ਤੋਂ ਕ੍ਰਾਈਮ ਹੋਇਆ ਜੇ 60 ਘੰਟਿਆਂ 'ਚ ਟਰੇਸ ਹੋਇਆ। ਹਿੰਦੁਸਤਾਨ ਦਾ ਜੇ ਤੁਸੀਂ ਕਹਿੰਦੇ ਸਭ ਤੋਂ ਵੱਡੀ ਡਕੈਤੀ ਜਿਹੜੀ ਕੇਸ ਦੀ ਹੋਈ ਹੈ, ਤੇ ਸਭ ਤੋਂ ਫਾਸਟੈਸਟ ਰਿਕਵਰੀ ਵੀ ਲੁਧਿਆਣਾ ਕਮਿਸ਼ਨਰੇਟ ਦਾ, ਮੇਰੀ ਟੀਮ ਦਾ ਕ੍ਰੈਡਿਟ ਹੈ। ਇਹ ਸਾਰੇ ਦੇ ਵਿੱਚ ਇੱਕ ਹੋਰ ਖੁਸ਼ੀ ਵਾਲੀ ਗੱਲ ਸਾਂਝੀ ਕਰਨਾ ਚਾਹੂੰਗਾ, ਪਿੱਛੇ ਵੀ ਬਹੁਤ ਸਾਰੇ ਕੈਸ਼ ਰਿਵਾਰਡ ਸਾਨੂੰ ਮਿਲੇ ਆ। ਮੈਂ DGP ਪੰਜਾਬ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਹਾਂ। ਇਸ ਕੰਮ ਲਈ ਸਾਡੀ ਟੀਮ ਨੂੰ 10 ਲੱਖ ਰੁਪਏ ਦਾ ਉਹਨਾਂ ਨੇ ਜਿਹੜਾ ਕੈਸ਼ ਰਿਵਾਰਡ ਆ, ਉਸ ਟੀਮ ਨੂੰ ਉਹਨਾਂ ਨੇ ਅਨਾਉਂਸ ਕੀਤਾ। ਉਹ ਬਹੁਤ ਜ਼ਿਆਦਾ ਇਸ ਗੱਲ ਤੇ ਖੁਸ਼ ਸੀ ਵੀ ਇੰਨਾ ਜਲਦੀ, ਇੰਨਾ ਸਸਟੇਨ ਐਫਰਟ ਦੇ ਵਿੱਚ, ਇੰਨੀ ਮਿਹਨਤ ਦੇ ਨਾਲ ਜਿਹੜਾ ਤੁਸੀਂ ਕੰਮ ਕੀਤਾ। ਇਹ ਟੀਮ ਨੂੰ ਇਹਦੇ ਵਿੱਚ ਐਜ਼ ਏ ਕਮਿਸ਼ਨਰ ਮੈਂ ਜੇ ਕਹਾਂ
ਮੇਰਾ ਰੋਲ ਇਹਦੇ ਚ ਬਿਲਕੁਲ ਤੁਸੀਂ ਸਭ ਤੋਂ ਛੋਟਾ ਰੋਲ ਮੇਰਾ ਗਿਣੋ। ਮੇਰਾ ਕ੍ਰੈਡਿਟ ਲੁਧਿਆਣਾ ਪੁਲਿਸ ਦੇ ਜਿਹੜੇ ਇੱਥੇ ਬੈਠੇ ਉਹਨਾਂ ਦਾ ਹੀ ਨਹੀਂ, ਜਿਹੜਿਆਂ ਨੇ ਰੇਡ ਕੀਤੇ ਆ, ਜਿਹੜੇ ਰਾਤਾਂ ਨੂੰ ਜਾਗੇ ਆ। ਇਹਦੇ ਚ ਕਲੂ ਜਿਹੜਾ ਮੇਜਰ ਮਿਲਿਆ ਸੀ, GPS ਸਿਸਟਮ ਲੱਗਿਆ ਹੋਇਆ ਸੀ। GPS ਸਿਸਟਮ ਦੇ ਨਾਲ ਜਾਂਦਿਆਂ ਜਦੋਂ ਅਸੀਂ GPS ਸਿਸਟਮ ਦੇ ਵਿੱਚ ਪਹਿਲਾਂ ਤੇ ਕੰਪਨੀ ਵੱਲੋਂ ਸਾਨੂੰ ਕੋਈ ਹੱਥ ਪੱਲਾ ਫੜਾਇਆ ਨਹੀਂ, ਫਿਰ ਇਹਨਾਂ ਨਾਲ ਤਾਲਮੇਲ ਕੀਤਾ। GPS ਨਾਲ ਇੱਕ ਰੂਟ ਅਸੀਂ ਫਾਲੋ ਕਰ ਲਿਆ। ਰੂਟ ਕਿੱਥੇ ਕਿੱਥੇ ਗਿਆ, ਕਿਵੇਂ ਕਿਵੇਂ ਗਿਆ, ਉਹ ਰੂਟ ਦੇ ਨਾਲ ਕਿਹੜੇ ਵਾਹੀਕਲ ਆਏ ਵਿੱਚ। ਜੇ ਇਸ ਗੱਲ ਦੇ ਵਿੱਚ ਅਸੀਂ ਘੱਟੋ ਘੱਟ ਕਈ ਪੁੱਛ ਰਹੇ ਸੀ ਕਿੰਨੇ ਬੰਦੇ, ਇਹਦੇ ਵਿੱਚ 50 ਤੋਂ ਵੱਧ ਬੰਦੇ ਜਿਹੜੇ ਪਾਸਟ ਕ੍ਰਿਮੀਨਲ ਰਿਕਾਰਡ ਦੇ ਆ। 25 ਪਿਛਲੇ ਸਾਲ ਕੱਢੇ ਵੇ, 8 ਇਸ ਸਾਲ ਕੱਢੇ ਵੇ। ਇਸ ਤੋਂ ਇਲਾਵਾ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ, ਜੇਲ੍ਹਾਂ ਦੇ ਵਿੱਚ ਬੈਠੇ ਕ੍ਰਿਮੀਨਲ ਰਿਕਾਰਡ ਦੇ ਬੰਦੇ, ਉਹ ਸਾਰਿਆਂ ਨੂੰ ਕੀਤਾ। ਪਰ ਲਾਸਟ ਵਿੱਚ ਇਹ ਪਾਇਆ ਗਿਆ ਇਹਨਾਂ ਦਾ ਕੋਈ ਖਾਸ ਕ੍ਰਿਮੀਨਲ ਰਿਕਾਰਡ ਨਹੀਂ। ਇੱਕ ਡਾਕੂ ਸੁੰਦਰੀ ਜਿਹਦਾ ਨਾਮ ਮਨਦੀਪ ਮਣੀ, ਤੇ ਇਹ ਵੀ ਇਤਫਾਕ ਹੀ ਸਮਝੋ ਇਹਦੇ ਵਿੱਚ ਕਮਿਸ਼ਨਰ ਮਨਦੀਪ, ਉਹ ਮਨਦੀਪ, ACP ਸਾਡਾ ਮਨਦੀਪ, ਤੇ ਇੱਕ ਹੋਰ ਜਿਹੜਾ ਬੰਦਾ ਫੜਿਆ ਹੋਇਆ। आपको बता दें कि लुधियाना के राजगुरु नगर में ATM में कैश जमा करने वाली एजेंसी CMS का कार्यालय है। 9 जून की आधी रात को 8 से 9 बदमाश हथियार लेकर इस कार्यालय में घुसे थे। उस समय CMS ऑफिस में 2 सुरक्षाकर्मी और कुछ स्टाफ थे। बदमाशों ने सभी को बंदूक दिखाकर जान से मारने की धमकी दी और एक कमरे में बंद कर दिया। ऑफिस के सभी कर्मचारी और सिक्योरिटी गार्ड के फ़ोन को छीनकर उसे तोड़ दिया। इसके बाद वहां लगे सेंसर के तार काट दिए, जिससे वहां की घटना को लेकर कोई बाहर अलर्ट न जा सके। इसके बाद इन बदमाशों ने करीब 8 करोड़ 49 लाख रुपए कैश को एक कैश वैन में डालकर उसे लेकर के भाग निकले। इस घटना की जानकारी मिलने पर पंजाब पुलिस ने जांच शुरू की। उस समय पता चला कि घटना के अगले दिन यानी 10 जून को लुधियाना के मुल्लापुर दाखा में वो कैश वैन खड़ी है, वहां से उसे बरामद कर लिया गया। इस डकैती में 10 लोग शामिल थे। इसी दौरान मनदीप उर्फ डाकू हसीना का खास मनजिंदर मनी इंस्टाग्राम पर भी एक्टिव था। उसने 8.5 करोड़ की डकैती के बाद इंस्टाग्राम पर नोटों की रील डाली थी, जिसमें 500 रुपये के नए नोटों की गड्डियाँ कार के डैशबोर्ड पर रखी थी। इसे देखकर पुलिस को यकीन हो गया कि इस डकैती में ज़रूर कोई अंदर का आदमी शामिल है। पता किया तो पता चला कि मनजिंदर मनी इस कंपनी में पहले काम कर चुका है और वो डाकू हसीना का खास है। पहले डाकू हसीना को लेकर के पुलिस को डाउट नहीं हो रहा था, लेकिन जैसे ही इसमें शामिल कुछ लोगों को पुलिस ने उठाया, वैसे ही मंजीत कौर का नाम सामने आ गया। लिहाजा पुलिस ने मंजीत कौर और उसके पति की तलाश शुरू की। तभी जानकारी मिली कि वो तो हेमकुंड साहिब जाने वाली है। बस पुलिस ने तैयार कर ली अपनी योजना। नाम रखा, चलो रानी मधुमक्खी को पकड़ते हैं। इसी के तहत एक पुलिस टीम दिन रात काम में जुटी। फिर 60 घंटे के भीतर ही डकैती करने वाले गैंग के मास्टरमाइंड समेत 9 आरोपियों को पकड़ करके पूरे मामले का खुलासा कर दिया। खुफिया जानकारी और सर्विलांस से पुलिस को पता चल गया था कि डाकू हसीना हेमकुंड साहिब मत्था टेकने पहुंचेगी और वहां से वो नेपाल भाग सकती है। लिहाजा पुलिस ने फ्री में फ्रूटी बांटने का प्लान बनाया और रास्ते में ही लगा लिया स्टॉल, जहां पे मनदीप कौर उर्फ डाकू हसीना अपने पति के साथ फ्री की फ्रूटी लेने पहुंची। चेहरे पर कपड़ा रखी हुई थी, लेकिन जैसे ही फ्रूटी हाथ में लिया, उसे पीने के लिए कपड़े को हटाया। पुलिस ने तत्काल पहचान लिया। बड़ी होशियारी से पुलिस ने कुछ नहीं कहा और उसे मत्था टेकने जाने दिया। पीछे वो लग गई और जब मत्था टेक करके वो वापस लौटने लगी तो पुलिस ने उसे और उसके पति को दबोच लिया। पहले से ही 5-7 लोगों की गिरफ्तारी वो कर चुकी थी। पूरे मामले का हो गया खुलासा और अब पति पत्नी खाएंगे जेल की हवा। रही न बेखबर, देखते रहिए इन खबर। थैंक यू।